ਗਲਾਤੀਆਂ ਦੀ ਵਿਸ਼ਵਾਸ ਸੰਗਤ ਨੂੰ ਪੌਲੁਸ ਦੇ ਪੱਤਰ ਦੀ ਭੂਮਿਕਾ। ਬਾਈਬਲ ਦੇ ਦੋ ਹਿੱਸੇ ਹਨ, ਇੱਕ ਨਵਾਂ ਨੇਮ ਤੇ ਦੂਜਾ ਪੁਰਾਣਾ ਨੇਮ। ਪੁਰਾਣਾ ਨੇਮ ਯਿਸੂ ਮਸੀਹ ਦੇ ਆਉਣ ਬਾਰੇ ਦੀਆਂ ਭਵਿੱਖਬਾਣੀਆਂ ਦੇ ਨਾਲ ਭਰਪੂਰ ਹੈ ਤੇ ਨਵਾਂ ਨੇਮ ਪ੍ਰਭੂ ਯਿਸੂ ਮਸੀਹ ਦੇ ਇਸ ਧਰਤੀ ਤੇ ਆਉਣ ਦੇ ਬਾਰੇ ਦਾ ਬਿਆਨ ਕਰਦਾ ਹੈ। ਅੱਜ ਆਪਾਂ ਗਲਾਤੀਆਂ ਦੀ ਵਿਸ਼ਵਾਸ ਸੰਗਤ ਨੂੰ ਲਿਖੀ ਪੱਤਰੀ ਪੜਾਂਗੇ, ਜੋ ਨਵੇਂ ਨੇਮ ਵਿੱਚ 9ਵੀਂ ਕਿਤਾਬ ਹੈ। ਗਲਾਤੇ ਇੱਕ ਥਾਂ ਦਾ ਨਾਂ ਹੈ ਜਿੱਥੇ ਪਰਮੇਸ਼ਰ ਦੇ ਸੇਵਕ ਪੌਲੁਸ ਨੇ ਇੱਕ ਕਲੀਸਿਆ ਦੀ ਸਥਾਪਨਾ ਕੀਤੀ ਸੀ। ਜਿਵੇਂ ਕਿ ਉਸਨੇ ਹੋਰ ਵੀ ਵੱਖਰੀਆਂ ਥਾਵਾਂ ਤੇ ਕਲੀਸਿਆਵਾਂ ਦੀਆਂ ਸਥਾਪਨਾਵਾਂ ਕੀਤੀਆਂ। ਉਹਨਾਂ ਦਿਨਾਂ ਵਿੱਚ ਪੱਤਰ ਲਿਖ ਕੇ ਹੀ ਇੱਕ ਦੂਸਰੀ ਥਾਂ ਤੇ ਸੁਨੇਹੇ ਪਹੁੰਚਾਏ ਜਾਂਦੇ ਸਨ। ਜਦੋਂ ਸ਼ੁਭ ਸਮਾਚਾਰ ਜਾਣੀ ਕਿ ਪਰਮੇਸ਼ਰ ਦੇ ਧਰਤੀ ਤੇ ਆਉਣ ਦੀ ਖੁਸ਼ਖਬਰੀ ਦੇ ਪ੍ਰਚਾਰ ਦਾ ਵਾਧਾ ਹੋਣ ਲੱਗਾ ਤੇ ਯਹੂਦੀ ਕੌਮ ਦੇ ਲੋਕਾਂ ਤੋਂ ਇਲਾਵਾ ਹੋਰ ਕੌਮਾਂ ਦੇ ਲੋਕ ਵੀ ਉਸ ਦਾ ਸਵਾਗਤ ਕਰਨ ਲੱਗੇ, ਤਾਂ ਇਹ ਪ੍ਰਸ਼ਨ ਉੱਠ ਖੜਾ ਹੋਇਆ ਕਿ ਕੀ ਸੱਚੇ ਮਸੀਹੀ ਜਾਂ ਸੱਚੇ ਵਿਸ਼ਵਾਸੀ ਹੋਣ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਹੈ? ਸੰਤ ਪੌਲੁਸ ਨੇ ਇਸ ਗੱਲ ਦਾ, ਇਸ ਪ੍ਰਸ਼ਨ ਦਾ ਬੜੇ ਜ਼ੋਰ ਨਾਲ ਖੰਡਨ ਕੀਤਾ ਤੇ ਕਿਹਾ ਕਿ ਸੱਚੇ ਮਸੀਹੀ ਬਣਨ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਨਹੀਂ ਹੈ, ਕਿਉਂਕਿ ਪਰਮੇਸ਼ਰ ਨਾਲ ਉਚਿਤ ਸੰਬੰਧ ਸਥਾਪਿਤ ਕਰਨ ਲਈ ਕੇਵਲ ਮਸੀਹ ਉੱਤੇ ਵਿਸ਼ਵਾਸ ਲਿਆਉਣਾ ਹੀ ਜ਼ਰੂਰੀ ਹੈ। ਪਰ ਗਲਾਤੇ, ਜੋ ਰੋਮੀ ਸਾਮਰਾਜ ਦਾ ਇੱਕ ਸੂਬਾ ਸੀ, ਵਿੱਚ ਕੁਝ ਲੋਕ ਆ ਕੇ ਸੰਤ ਪੌਲੁਸ ਦਾ ਵਿਰੋਧ ਕਰਨ ਲੱਗੇ ਤੇ ਉਹ ਕਹਿਣ ਲੱਗੇ ਕਿ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਕਰਨ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਹੈ। ਸੋ ਗਲਾਤੀਆਂ ਨੂੰ ਲਿਖੇ ਪੱਤਰ ਦੁਆਰਾ ਸੰਤ ਪੌਲੁਸ ਉਹਨਾਂ ਗਲਾਤੇ ਨਿਵਾਸੀਆਂ ਨੂੰ ਵਾਪਸ ਉਹਨਾਂ ਦੇ ਅਸਲੀ ਵਿਸ਼ਵਾਸ ਵੱਲ ਲਿਆਉਣਾ ਚਾਹੁੰਦਾ ਸੀ, ਜੋ ਗਲਤ ਸਿੱਖਿਆਵਾਂ ਦੁਆਰਾ ਕੁਰਾਹੇ ਪੈ ਗਏ ਸਨ। ਸੰਤ ਪੌਲੁਸ ਨੇ ਆਪਣੇ ਰਸੂਲ ਹੋਣ ਦੇ ਦਾਅਵੇ ਨੂੰ ਸੱਚਾ ਸਿੱਧ ਕੀਤਾ ਅਤੇ ਉਸਨੇ ਦਾਅਵਾ ਕੀਤਾ ਕਿ ਉਸ ਦੀ ਬੁਲਾਹਟ ਰਸੂਲ ਦੇ ਤੌਰ ਤੇ ਸਿੱਧੀ ਪਰਮੇਸ਼ਰ ਤੋਂ ਹੋਈ ਹੈ, ਨਾ ਕਿ ਕਿਸੇ ਮਨੁੱਖ ਤੋਂ। ਉਸ ਦੀ ਬੁਲਾਹਟ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਣ ਲਈ ਹੋਈ ਹੈ। ਤਦ ਉਸਨੇ ਇਸ ਵਿਸ਼ੇ ਦਾ ਬਿਆਨ ਕੀਤਾ ਕਿ ਕੇਵਲ ਵਿਸ਼ਵਾਸ ਨਾਲ ਹੀ ਮਨੁੱਖ ਦਾ ਪਰਮੇਸ਼ਰ ਨਾਲ ਉਚਿਤ ਸੰਬੰਧ ਹੋ ਸਕਦਾ ਹੈ। ਗਲਾਤੀਆਂ ਦੀ ਪੱਤਰੀ ਅਧਿਆਇ 1। ਪੌਲੁਸ, ਜੋ ਨਾ ਆਦਮੀਆਂ ਦੇ ਰਾਹੀਂ ਪਰਮੇਸ਼ਰ ਦਾ ਸੰਦੇਸ਼ਵਾਹਕ ਠਹਿਰਾਇਆ ਗਿਆ ਅਤੇ ਨਾ ਹੀ ਮਨੁੱਖੀ ਸਾਧਨਾਂ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਉਹਨਾਂ ਦੇ ਪਿਤਾ ਪਰਮੇਸ਼ਰ ਨੇ, ਜਿਸ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ, ਦੇ ਰਾਹੀਂ ਠਹਿਰਾਇਆ ਗਿਆ। ਅਤੇ ਉਹਨਾਂ ਸਭ ਭਰਾਵਾਂ ਦੇ ਵੱਲੋਂ ਜੋ ਮੇਰੇ ਨਾਲ ਹਨ, ਗਲਾਤੀਆਂ ਦੀ ਵਿਸ਼ਵਾਸ ਸੰਗਤਾਂ ਨੂੰ ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਮਸੀਹ ਨੇ ਸਾਡੇ ਪਰਮੇਸ਼ਰ ਪਿਤਾ ਦੀ ਇੱਛਾ ਅਨੁਸਾਰ ਸਾਨੂੰ ਇਸ ਵਰਤਮਾਨ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖਾਤਰ ਦੇ ਦਿੱਤਾ। ਪਰਮੇਸ਼ਰ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ। ਆਮੀਨ। ਇੱਕ ਹੀ ਸ਼ੁਭ ਸਮਾਚਾਰ। ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਤੁਸੀਂ ਕੁਝ ਹੀ ਸਮੇਂ ਵਿੱਚ ਪਰਮੇਸ਼ਰ ਵੱਲੋਂ ਮੂੰਹ ਮੋੜ ਕੇ, ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੁਆਰਾ ਸੱਦਿਆ ਹੈ, ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਮੂੰਹ ਮੋੜ ਰਹੇ ਹੋ। ਪਰ ਕੋਈ ਵੀ ਦੂਜਾ ਸ਼ੁਭ ਸਮਾਚਾਰ ਨਹੀਂ ਹੈ। ਹਾਂ, ਕੁਝ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਦਲਣਾ ਚਾਹੁੰਦੇ ਹਨ। ਪਰ ਜੇਕਰ ਸਾਡੇ ਵਿੱਚੋਂ ਹੀ ਕੋਈ ਜਾਂ ਸਵਰਗ ਤੋਂ ਕੋਈ ਦੂਤ ਆ ਕੇ ਉਸ ਸ਼ੁਭ ਸਮਾਚਾਰ ਤੋਂ ਫਰਕ, ਜੋ ਅਸੀਂ ਤੁਹਾਨੂੰ ਸੁਣਾਇਆ ਸੀ, ਕੋਈ ਦੂਜਾ ਸਮਾਚਾਰ ਸੁਣਾਵੇ, ਤਾਂ ਉਹ ਸਰਾਪੀ ਠਹਿਰੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਤੋਂ ਜੋ ਤੁਸੀਂ ਸਵੀਕਾਰ ਕੀਤਾ ਹੈ
ਵੱਖਰਾ ਹੀ ਸ਼ੁਭ ਸਮਾਚਾਰ ਤੁਹਾਨੂੰ ਸੁਣਾਏ ਤਾਂ ਉਹ ਸਰਾਪੀ ਠਹਿਰੇ। ਕੀ ਮੈਂ ਆਦਮੀਆਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਮੈਂ ਆਦਮੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਇਹ ਸੱਚ ਹੈ ਤਾਂ ਫਿਰ ਮੈਂ ਮਸੀਹ ਦਾ ਦਾਸ ਨਹੀਂ ਹਾਂ। ਪੌਲੁਸ ਪਰਮੇਸ਼ਰ ਦਾ ਸੰਦੇਸ਼ਵਾਹਕ ਕਿਸ ਤਰ੍ਹਾਂ ਬਣਿਆ? ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸ਼ੁਭ ਸਮਾਚਾਰ ਤੁਹਾਨੂੰ ਸੁਣਾਇਆ ਸੀ, ਇਹ ਆਦਮੀ ਵੱਲੋਂ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਇਆ ਸੀ। ਇਹ ਯਿਸੂ ਮਸੀਹ ਨੇ ਆਪ ਮੇਰੇ ਤੇ ਪ੍ਰਗਟ ਕੀਤਾ ਸੀ। ਤੁਸੀਂ ਮੇਰੇ ਉਸ ਜੀਵਨ ਬਾਰੇ ਸੁਣ ਚੁੱਕੇ ਹੋ ਜਦੋਂ ਮੈਂ ਯਹੂਦੀ ਮਤ ਦਾ ਮੰਨਣ ਵਾਲਾ ਸਾਂ। ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਮੈਂ ਪਰਮੇਸ਼ਰ ਦੀ ਸੰਗਤ ਨੂੰ ਬੇਰਹਿਮੀ ਨਾਲ ਸਤਾਉਂਦਾ ਸਾਂ ਅਤੇ ਉਸ ਦਾ ਨਾਸ਼ ਕਰ ਰਿਹਾ ਸਾਂ। ਮੈਂ ਆਪਣੇ ਸਾਥੀ ਯਹੂਦੀਆਂ ਨਾਲੋਂ ਆਪਣੇ ਧਰਮ ਨੂੰ ਮੰਨਣ ਵਿੱਚ ਕਿਤੇ ਅੱਗੇ ਅਤੇ ਆਪਣੇ ਪੁਰਖਿਆਂ ਦੀਆਂ ਰਵਾਇਤਾਂ ਨੂੰ ਪੂਰਾ ਕਰਨ ਵਿੱਚ ਉਤਸ਼ਾਹੀ ਸਾਂ। ਪਰ ਪਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਸੇਵਾ ਦੇ ਲਈ ਚੁਣ ਲਿਆ। ਉਸੇ ਨੇ ਮੈਨੂੰ ਆਪਣੀ ਕਿਰਪਾ ਨਾਲ ਚੁਣਿਆ ਕਿ ਮੇਰੇ ਤੇ ਆਪਣੇ ਪੁੱਤਰ ਨੂੰ ਪ੍ਰਗਟ ਕਰੇ, ਤਾਂ ਜੋ ਮੈਂ ਹੋਰਨਾਂ ਕੌਮਾਂ ਨੂੰ ਉਸ ਦਾ ਸ਼ੁਭ ਸਮਾਚਾਰ ਸੁਣਾਵਾਂ। ਇਸ ਦੇ ਲਈ ਮੈਂ ਕਿਸੇ ਮਨੁੱਖ ਤੋਂ ਸਲਾਹ ਨਾ ਲਈ, ਇੱਥੋਂ ਤੱਕ ਕਿ ਮੈਂ ਯਰੂਸ਼ਲਮ ਵਿੱਚ ਉਹਨਾਂ ਕੋਲ ਵੀ ਨਾ ਗਿਆ ਜੋ ਮੇਰੇ ਤੋਂ ਪਹਿਲਾਂ ਪਰਮੇਸ਼ਰ ਦੇ ਪ੍ਰਮੁੱਖ ਸੰਦੇਸ਼ਵਾਹਕ ਸਨ। ਇਸ ਦੀ ਥਾਂ ਮੈਂ ਸਿੱਧਾ ਅਰਬ ਗਿਆ ਅਤੇ ਉੱਥੋਂ ਫਿਰ ਦਮਸ਼ਕ ਨੂੰ ਮੁੜ ਆਇਆ। ਹਾਂ, ਇਹ ਠੀਕ ਹੈ ਕਿ 3 ਸਾਲਾਂ ਦੇ ਪਿੱਛੋਂ ਮੈਂ ਜ਼ਰੂਰ ਯਰੂਸ਼ਲਮ ਵਿੱਚ ਕੈਫਾ ਨੂੰ ਮਿਲਣ ਦੇ ਲਈ ਗਿਆ ਅਤੇ ਉਸ ਦੇ ਨਾਲ ਕੋਈ 15 ਦਿਨ ਰਿਹਾ। ਮੈਂ ਉੱਥੇ ਕਿਸੇ ਪਰਮੇਸ਼ਰ ਦੇ ਹੋਰ ਪ੍ਰਮੁੱਖ ਸੰਦੇਸ਼ਵਾਹਕ ਨੂੰ ਨਾ ਮਿਲਿਆ ਸਿਵਾਏ ਯਾਕੂਬ ਅਰਥਾਤ ਪ੍ਰਭੂ ਦੇ ਭਰਾ ਦੇ। ਪਰਮੇਸ਼ਰ ਗਵਾਹ ਹੈ ਕਿ ਜੋ ਕੁਝ ਮੈਂ ਲਿਖਿਆ ਉਹ ਸਭ ਸੱਚ ਹੈ। ਇਸ ਦੇ ਪਿੱਛੋਂ ਮੈਂ ਸੂਰਿਆ ਅਤੇ ਕਿਲਕੀਆ ਦੇ ਇਲਾਕਿਆਂ ਵਿੱਚ ਗਿਆ, ਪਰ ਯਹੂਦੀਆਂ ਦੀਆਂ ਮਸੀਹੀ ਵਿਸ਼ਵਾਸ ਸੰਗਤਾਂ ਨੂੰ ਮੈਂ ਅਜੇ ਤੱਕ ਵੀ ਵਿਅਕਤੀਗਤ ਤੌਰ ਤੇ ਨਹੀਂ ਮਿਲਿਆ ਹਾਂ। ਉਹਨਾਂ ਨੇ ਕੇਵਲ ਇਹੀ ਸੁਣਿਆ ਹੈ ਕਿ ਉਹ ਆਦਮੀ ਜੋ ਸਾਡੇ ਤੇ ਇੱਕ ਸਮੇਂ ਅਤਿਆਚਾਰ ਕਰਦਾ ਸੀ, ਹੁਣ ਉਹੀ ਉਸ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਕਿਸੇ ਸਮੇਂ ਉਸਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਉਹਨਾਂ ਨੇ ਮੇਰੇ ਲਈ ਪਰਮੇਸ਼ਰ ਦੀ ਵਡਿਆਈ ਕੀਤੀ ਸੀ। ਗਲਾਤੀਆਂ ਦੀ ਪੱਤਰੀ ਅਧਿਆਇ 2। 14 ਸਾਲ ਦੇ ਪਿੱਛੋਂ ਮੈਂ ਫਿਰ ਬਰਨਬਾਸ ਦੇ ਨਾਲ ਯਰੂਸ਼ਲਮ ਨੂੰ ਗਿਆ। ਮੈਂ ਆਪਣੇ ਨਾਲ ਤੀਤਸ ਨੂੰ ਵੀ ਲੈ ਗਿਆ। ਮੈਂ ਉੱਥੇ ਪਰਮੇਸ਼ਰ ਦੇ ਕਹਿਣ ਅਨੁਸਾਰ ਗਿਆ ਸਾਂ। ਉੱਥੇ ਮੈਂ ਇਕਾਂਤ ਵਿੱਚ ਜ਼ਿੰਮੇਦਾਰ ਨੇਤਾਵਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਉਹ ਸ਼ੁਭ ਸਮਾਚਾਰ ਸੁਣਾਇਆ ਜੋ ਮੈਂ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਸੁਣਾਉਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਜੋ ਮਿਹਨਤ ਮੈਂ ਪਹਿਲਾਂ ਕਰ ਚੁੱਕਾ ਹਾਂ ਜਾਂ ਹੁਣ ਕਰ ਰਿਹਾ ਹਾਂ ਐਵੇਂ ਵਿਅਰਥ ਜਾਵੇ। ਪਰ ਉੱਥੇ ਮੇਰੇ ਸਾਥੀ ਤੀਤਸ ਨੂੰ, ਜੋ ਇੱਕ ਯੂਨਾਨੀ ਸੀ, ਵੀ ਕਿਸੇ ਨੇ ਸੁੰਨਤ ਕਰਾਉਣ ਲਈ ਮਜਬੂਰ ਨਾ ਕੀਤਾ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਕੁਝ ਝੂਠੇ ਮਸੀਹੀ ਸਾਡੇ ਵਿੱਚ ਆ ਰਹੇ ਹਨ ਜੋ ਸਾਡੀ ਮਸੀਹ ਵਿਚਲੀ ਮਿਲੀ ਆਜ਼ਾਦੀ ਦੀ ਸੂਹ ਵਿੱਚ ਰਹਿੰਦੇ ਹਨ। ਉਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ, ਪਰ ਅਸੀਂ ਉਹਨਾਂ ਦੀ ਥੋੜੀ ਜਿਹੀ ਗੁਲਾਮੀ ਵੀ ਨਹੀਂ ਝੱਲੀ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ੁਭ ਸਮਾਚਾਰ ਦਾ ਸੱਤ ਤੁਹਾਡੇ ਲਈ ਸੁਰੱਖਿਅਤ ਰਹੇ। ਹਾਂ, ਉਹ ਜੋ ਜ਼ਿੰਮੇਦਾਰ ਨੇਤਾ ਸਮਝੇ ਜਾਂਦੇ ਹਨ, ਉਹ ਕੀ ਹਨ? ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕਿਉਂਕਿ ਪਰਮੇਸ਼ਰ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰਦਾ ਹੈ। ਇਹਨਾਂ ਜ਼ਿੰਮੇਵਾਰ ਨੇਤਾਵਾਂ ਕੋਲੋਂ ਵੀ ਮੈਨੂੰ ਕੋਈ ਗੱਲ ਨਾ ਮਿਲ ਸਕੀ, ਪਰ ਇਸ ਸਭ ਦੇ ਉਲਟ ਉਹਨਾਂ ਨੇ ਦੇਖਿਆ
ਕਿ ਜਿਸ ਤਰ੍ਹਾਂ ਪਤਰਸ ਨੂੰ ਪਰਮੇਸ਼ਰ ਨੇ ਯਹੂਦੀ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ, ਉਸੇ ਤਰ੍ਹਾਂ ਉਸਨੇ ਮੈਨੂੰ ਦੂਜੀਆਂ ਕੌਮਾਂ ਅਰਥਾਤ ਅਸੁੰਨਤੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਸੌਂਪਿਆ ਹੈ। ਸੋ ਜਿਸ ਪਰਮੇਸ਼ਰ ਨੇ ਪਤਰਸ ਨੂੰ ਯਹੂਦੀਆਂ ਅਰਥਾਤ ਸੁੰਨਤੀਆਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਯੋਗ ਠਹਿਰਾਇਆ ਹੈ, ਉਸੇ ਨੇ ਮੈਨੂੰ ਵੀ ਦੂਜੀਆਂ ਕੌਮਾਂ ਦੇ ਲਈ ਸੰਦੇਸ਼ਵਾਹਕ ਹੋਣ ਦੇ ਯੋਗ ਠਹਿਰਾਇਆ ਹੈ। ਇਸੇ ਲਈ ਜਦੋਂ ਯਾਕੂਬ, ਕੈਫਾ ਅਤੇ ਯੋਹੰਨਾ ਨੇ, ਜੋ ਵਿਸ਼ਵਾਸ ਸੰਗਤ ਦੇ ਥੰਮ ਸਮਝੇ ਜਾਂਦੇ ਹਨ, ਜਾਣਿਆ ਕਿ ਮੈਨੂੰ ਪਰਮੇਸ਼ਰ ਕੋਲੋਂ ਇਹ ਕਿਰਪਾ ਦਾ ਦਾਨ ਮਿਲਿਆ ਹੈ, ਤਾਂ ਉਹਨਾਂ ਬਰਨਬਾਸ ਅਤੇ ਮੈਨੂੰ ਆਪਣੀ ਸੇਵਾ ਦੇ ਲਈ ਭਿਆਲ ਸਮਝਦੇ ਹੋਏ ਸਾਡੇ ਨਾਲ ਆਪਣੇ ਸੱਜੇ ਹੱਥ ਮਿਲਾਏ ਕਿ ਅਸੀਂ ਦੂਜੀਆਂ ਕੌਮਾਂ ਵੱਲ ਜਾਈਏ ਅਤੇ ਉਹ ਸੁੰਨਤੀਆਂ ਅਰਥਾਤ ਯਹੂਦੀਆਂ ਕੋਲ ਜਾਣ। ਉਹਨਾਂ ਨੇ ਕੇਵਲ ਇੱਕੋ ਗੱਲ ਕਹੀ ਕਿ ਅਸੀਂ ਗਰੀਬਾਂ ਨੂੰ ਯਾਦ ਰੱਖੀਏ, ਜੋ ਮੈਂ ਆਪ ਵੀ ਕਰਨ ਦਾ ਚਾਹਵਾਨ ਸਾਂ। ਪਰ ਜਦੋਂ ਪਤਰਸ ਅੰਤਾਕਿਆ ਵਿੱਚ ਆਇਆ ਤਾਂ ਮੈਂ ਉਸਦੇ ਮੂੰਹ ਤੇ ਵਿਰੋਧ ਕੀਤਾ, ਕਿਉਂਕਿ ਉਹ ਦੋਸ਼ੀ ਸੀ। ਪਹਿਲਾਂ ਉਹ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਬੈਠ ਕੇ ਭੋਜਨ ਕਰਦਾ ਸੀ, ਪਰ ਜਦੋਂ ਕੁਝ ਲੋਕੀ ਯਾਕੂਬ ਕੋਲੋਂ ਉੱਥੇ ਆਏ ਤਾਂ ਉਹ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗਾ ਅਤੇ ਇਕੱਲਾ ਰਹਿਣ ਲੱਗਾ, ਕਿਉਂਕਿ ਉਹ ਉਹਨਾਂ ਤੋਂ ਡਰਨ ਲੱਗਾ ਜੋ ਸੁਣਨ ਦੇ ਹੱਕ ਵਿੱਚ ਸਨ। ਉੱਥੇ ਰਹਿੰਦੇ ਬਾਕੀ ਯਹੂਦੀ ਵੀ ਪਤਰਸ ਦੇ ਨਾਲ ਇਸ ਪਖੰਡ ਵਿੱਚ ਮਿਲ ਗਏ, ਇੱਥੋਂ ਤੱਕ ਕਿ ਬਰਨਬਾਸ ਵੀ ਉਹਨਾਂ ਦੀ ਇਸ ਪਖੰਡੀ ਚਾਲ ਵਿੱਚ ਫਸ ਕੇ ਭਟਕ ਗਿਆ। ਪਰ ਜਦੋਂ ਮੈਂ ਦੇਖਿਆ ਕਿ ਉਹਨਾਂ ਦਾ ਰਹਿਣ ਸਹਿਣ ਸ਼ੁਭ ਸਮਾਚਾਰ ਦੇ ਸੱਤ ਅਨੁਸਾਰ ਨਹੀਂ ਹੈ, ਤਾਂ ਮੈਂ ਪਤਰਸ ਨੂੰ ਉਹਨਾਂ ਸਭ ਦੇ ਸਾਹਮਣੇ ਕਿਹਾ, ਤੂੰ ਜਨਮ ਦਾ ਯਹੂਦੀ ਹੈ, ਪਰ ਫਿਰ ਵੀ ਤੂੰ ਦੂਜੀਆਂ ਕੌਮਾਂ ਦੇ ਲੋਕਾਂ ਦੀ ਤਰ੍ਹਾਂ ਰਹਿ ਰਿਹਾ ਹੈ, ਯਹੂਦੀਆਂ ਦੀ ਤਰ੍ਹਾਂ ਨਹੀਂ। ਤੂੰ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਯਹੂਦੀਆਂ ਦੀ ਤਰ੍ਹਾਂ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈ? ਯਹੂਦੀ ਅਤੇ ਦੂਜੀਆਂ ਕੌਮਾਂ ਵਿਸ਼ਵਾਸ ਦੇ ਰਾਹੀਂ ਬਚਾਈਆਂ ਗਈਆਂ ਹਨ। ਅਸੀਂ ਆਪ ਜਨਮ ਤੋਂ ਯਹੂਦੀ ਹਾਂ, ਦੂਜੀਆਂ ਪਾਪੀ ਕੌਮਾਂ ਵਿੱਚੋਂ ਨਹੀਂ ਹਾਂ। ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਠੀਕ ਸੰਬੰਧ ਵਿਵਸਥਾ ਦੇ ਕੰਮ ਦੁਆਰਾ ਨਹੀਂ, ਸਗੋਂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੁਆਰਾ ਪਰਮੇਸ਼ਰ ਨਾਲ ਹੁੰਦਾ ਹੈ। ਇਸੇ ਲਈ ਤਾਂ ਅਸੀਂ ਵੀ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ, ਸਗੋਂ ਮਸੀਹ ਤੇ ਵਿਸ਼ਵਾਸ ਕਰਨ ਦੁਆਰਾ ਸਾਡਾ ਸੰਬੰਧ ਪਰਮੇਸ਼ਰ ਦੇ ਨਾਲ ਠੀਕ ਹੋਵੇ। ਧਰਮ ਗ੍ਰੰਥ ਵੀ ਇਸੇ ਬਾਰੇ ਕਹਿੰਦਾ ਹੈ, ਕੋਈ ਮਨੁੱਖ ਵੀ ਵਿਵਸਥਾ ਦੇ ਕੰਮ ਦੁਆਰਾ ਪਰਮੇਸ਼ਰ ਸਾਹਮਣੇ ਉਚਿਤ ਨਹੀਂ ਠਹਿਰੇਗਾ। ਪਰ ਅਸੀਂ ਜੋ ਮਸੀਹ ਦੇ ਦੁਆਰਾ ਉਚਿਤ ਠਹਿਰਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇਕਰ ਅਸੀਂ ਵੀ ਦੂਜੀਆਂ ਕੌਮਾਂ ਦੀ ਤਰ੍ਹਾਂ ਪਾਪੀ ਨਿਕਲੀਏ, ਤਾਂ ਕੀ ਇਸ ਦਾ ਅਰਥ ਇਹ ਹੈ ਕਿ ਮਸੀਹ ਹੀ ਪਾਪ ਨੂੰ ਉਕਸਾਉਣ ਵਾਲਾ ਹੈ? ਨਹੀਂ, ਕਦੇ ਵੀ ਨਹੀਂ। ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ, ਤਾਂ ਮੈਂ ਆਪਣੇ ਆਪ ਨੂੰ ਸਿਧਾਂਤ ਤੋੜਨ ਵਾਲਾ ਸਿੱਧ ਕਰਦਾ ਹਾਂ। ਜਿੱਥੋਂ ਤੱਕ ਵਿਵਸਥਾ ਦਾ ਸਵਾਲ ਹੈ, ਮੈਂ ਤਾਂ ਉਸੇ ਦੇ ਰਾਹੀਂ ਉਸ ਲਈ ਮਰ ਚੁੱਕਾ ਹਾਂ ਕਿ ਮੈਂ ਹੁਣ ਪਰਮੇਸ਼ਰ ਦੇ ਲਈ ਜੀਵਾਂ। ਮੈਂ ਤਾਂ ਮਸੀਹ ਦੇ ਨਾਲ ਸਲੀਬ ਤੇ ਚੜਾਇਆ ਜਾ ਚੁੱਕਾ ਹਾਂ। ਹੁਣ ਮੈਂ ਜਿਉਂਦਾ ਨਹੀਂ ਹਾਂ, ਸਗੋਂ ਮਸੀਹ ਮੇਰੇ ਵਿੱਚ ਜੀ ਰਿਹਾ ਹੈ। ਜੋ ਮੈਂ ਹੁਣ ਜੀ ਰਿਹਾ ਹਾਂ, ਇਹ ਕੇਵਲ ਉਸ ਵਿਸ਼ਵਾਸ ਦੇ ਰਾਹੀਂ ਜੀ ਰਿਹਾ ਹਾਂ ਜੋ ਪਰਮੇਸ਼ਰ ਦੇ ਪੁੱਤਰ ਤੇ ਹੈ, ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਮੈਂ ਪਰਮੇਸ਼ਰ ਦੀ ਕਿਰਪਾ ਨੂੰ ਰੱਦਦਾ ਨਹੀਂ ਹਾਂ। ਜੇਕਰ ਮਨੁੱਖ ਦਾ ਸੰਬੰਧ ਪਰਮੇਸ਼ਰ ਨਾਲ ਵਿਵਸਥਾ ਦੁਆਰਾ ਠੀਕ ਹੋ ਸਕਦਾ ਹੈ, ਤਾਂ ਫਿਰ ਮਸੀਹ ਦਾ ਮਰਨਾ ਵਿਅਰਥ ਹੋ ਗਿਆ। ਗਲਾਤੀਆਂ ਦੀ ਪੱਤਰੀ ਅਧਿਆਇ 3। ਹੇ ਮੂਰਖ ਗਲਾਤੀਓ,
ਤੁਹਾਡੇ ਉੱਪਰ ਕਿਸਨੇ ਜਾਦੂ ਕਰ ਦਿੱਤਾ ਹੈ? ਤੁਹਾਨੂੰ ਮਸੀਹ ਦੀ ਸਲੀਬੀ ਮੌਤ ਦੇ ਬਾਰੇ ਇਸ ਤਰ੍ਹਾਂ ਸਾਫ਼-ਸਾਫ਼ ਦੱਸਿਆ ਗਿਆ ਸੀ ਜਿਵੇਂ ਕਿ ਇਹ ਸਭ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਹੋਵੇ। ਤੁਸੀਂ ਮੈਨੂੰ ਕੇਵਲ ਇੱਕ ਗੱਲ ਦਾ ਉੱਤਰ ਦਿਓ ਕਿ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰਕੇ। ਕੀ ਤੁਸੀਂ ਇੰਨੇ ਹੀ ਮੂਰਖ ਹੋ? ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕੀਤਾ ਸੀ, ਫਿਰ ਕੀ ਹੁਣ ਤੁਸੀਂ ਉਸੇ ਨੂੰ ਆਪਣੀ ਤਾਕਤ ਨਾਲ ਪੂਰਾ ਕਰੋਗੇ? ਕੀ ਤੁਹਾਡੇ ਸਭ ਵੱਡੇ-ਵੱਡੇ ਅਨੁਭਵ ਵਿਅਰਥ ਸਨ? ਇਸ ਤੋਂ ਇਹੀ ਸਿੱਧ ਹੁੰਦਾ ਹੈ ਪਰਮੇਸ਼ਰ ਨੇ ਬਹੁਤਾਤ ਨਾਲ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਅਤੇ ਤੁਹਾਡੇ ਵਿੱਚ ਵਿਚਿੱਤਰ ਕੰਮ ਕੀਤੇ ਸਨ। ਕੀ ਇਹ ਸਭ ਤੁਹਾਡੀਆਂ ਵਿਵਸਥਾ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣਨ ਅਤੇ ਉਸ ਤੇ ਵਿਸ਼ਵਾਸ ਕਰਨ ਨਾਲ? ਧਰਮ ਗ੍ਰੰਥ ਦੱਸਦਾ ਹੈ ਅਬਰਾਹਮ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਉਚਿਤ ਠਹਿਰਾਇਆ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝੋ ਕਿ ਅਬਰਾਹਮ ਦੀ ਅਸਲੀ ਸੰਤਾਨ ਉਹੀ ਹਨ ਜੋ ਵਿਸ਼ਵਾਸ ਕਰਦੇ ਹਨ। ਧਰਮ ਗ੍ਰੰਥ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਪਰਮੇਸ਼ਰ ਦੂਜੀਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਉਚਿਤ ਠਹਿਰਾਏਗਾ। ਇਸ ਲਈ ਧਰਮ ਗ੍ਰੰਥ ਵਿੱਚ ਅਬਰਾਹਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦਿੱਤਾ ਗਿਆ ਕਿ ਤੇਰੇ ਦੁਆਰਾ ਪਰਮੇਸ਼ਰ ਸਭ ਕੌਮਾਂ ਨੂੰ ਅਸੀਸ ਦੇਵੇਗਾ। ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ, ਅਬਰਾਹਮ ਜਿਸ ਨੇ ਵਿਸ਼ਵਾਸ ਕੀਤਾ ਉਸ ਦੇ ਨਾਲ ਉਸੇ ਦੀ ਤਰ੍ਹਾਂ ਅਸੀਸ ਪ੍ਰਾਪਤ ਕਰਨਗੇ। ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠਾਂ ਹਨ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਪੂਰਾ ਨਹੀਂ ਕਰਦਾ ਉਹ ਸਰਾਪ ਹੇਠ ਹੈ। ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਨਹੀਂ ਠਹਿਰਦਾ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਉਹ ਜੋ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰ ਚੁੱਕਾ ਹੈ ਵਿਸ਼ਵਾਸ ਦੇ ਦੁਆਰਾ ਜੀਵੇਗਾ। ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਆਪਸੀ ਕੋਈ ਸੰਬੰਧ ਨਹੀਂ ਹੈ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ ਉਹ ਇਹਨਾਂ ਦੇ ਦੁਆਰਾ ਜੀਵੇਗਾ। ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁਕਤ ਕਰ ਦਿੱਤਾ ਹੈ। ਉਸ ਨੇ ਸਾਡਾ ਉਹ ਸਰਾਪ ਆਪਣੇ ਉੱਤੇ ਲੈ ਲਿਆ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਸਲੀਬ ਤੇ ਚੜਾਇਆ ਜਾਣ ਵਾਲਾ ਹਰ ਕੋਈ ਸਰਾਪੀ ਠਹਿਰਦਾ ਹੈ। ਉਸ ਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਅਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਵਿਵਸਥਾ ਅਤੇ ਪ੍ਰਤਿੱਗਿਆ। ਭਰਾਵੋ, ਮੈਂ ਇੱਕ ਮਨੁੱਖੀ ਉਦਾਹਰਨ ਤੁਹਾਨੂੰ ਦਿੰਦਾ ਹਾਂ। ਇਹ ਦੋਹਾਂ ਆਦਮੀਆਂ ਵਿੱਚ ਹੋਏ ਇੱਕ ਇਕਰਾਰਨਾਮੇ ਦੀ ਤਰ੍ਹਾਂ ਹੈ। ਇਹ ਇਕਰਾਰਨਾਮਾ ਜਦੋਂ ਇੱਕ ਵਾਰੀ ਪੱਕਾ ਹੋ ਜਾਂਦਾ ਹੈ ਤਾਂ ਫਿਰ ਉਸ ਵਿੱਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਪ੍ਰਤਿਗਿਆਵਾਂ ਅਬਰਾਹਮ ਅਤੇ ਉਸਦੀ ਸੰਤਾਨ ਨਾਲ ਕੀਤੀਆਂ ਸਨ। ਧਰਮ ਗ੍ਰੰਥ ਇੱਥੇ ਇਹ ਨਹੀਂ ਕਹਿੰਦਾ ਕਿ ਤੇਰੀ ਸੰਤਾਨਾਂ ਨਾਲ, ਜਿਸ ਦਾ ਅਰਥ ਹੈ ਬਹੁਤ ਲੋਕ, ਬਲਕਿ ਧਰਮ ਗ੍ਰੰਥ ਕਹਿੰਦਾ ਹੈ ਕਿ ਤੇਰੀ ਸੰਤਾਨ, ਜਿਸ ਦਾ ਅਰਥ ਹੈ ਇੱਕੋ ਮਨੁੱਖ ਜੋ ਮਸੀਹ ਹੈ। ਮੇਰੇ ਕਹਿਣ ਦਾ ਅਰਥ ਇਹ ਹੈ ਵਿਵਸਥਾ ਜੋ 430 ਸਾਲ ਪਿੱਛੋਂ ਆਈ, ਪਹਿਲੇ ਹੋਏ ਪਰਮੇਸ਼ਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੀ ਹੈ ਅਤੇ ਨਾ ਉਸ ਦੀ ਦਿੱਤੀ ਪ੍ਰਤਿਗਿਆ ਨੂੰ ਖਤਮ ਕਰ ਸਕਦੀ ਹੈ, ਕਿਉਂਕਿ ਜੇਕਰ ਪਰਮੇਸ਼ਰ ਦੀ ਦਾਤ ਵਿਵਸਥਾ ਦੁਆਰਾ ਮਿਲਦੀ ਹੈ ਤਾਂ ਫਿਰ ਪ੍ਰਤਿਗਿਆ ਪੂਰੀ ਨਹੀਂ ਹੋਈ। ਪਰ ਪਰਮੇਸ਼ਰ ਨੇ
ਅਬਰਾਹਾਮ ਨੂੰ ਇਹ ਮੁਫਤ ਦਾਤ ਪ੍ਰਤਿਗਿਆ ਦੁਆਰਾ ਹੀ ਦਿੱਤੀ। ਫਿਰ ਵਿਵਸਥਾ ਕਿਉਂ ਦਿੱਤੀ ਗਈ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ, ਪਰ ਇਹ ਅਬਰਾਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ, ਜਿਸ ਦੇ ਨਾਲ ਪਰਮੇਸ਼ਰ ਨੇ ਪ੍ਰਤਿਗਿਆ ਕੀਤੀ ਸੀ। ਇਹ ਇੱਕ ਸਵਰਗ ਦੂਤ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਦਿੱਤੀ ਗਈ ਸੀ, ਪਰ ਵਿਚੋਲੇ ਦੀ ਲੋੜ ਇੱਕ ਤੋਂ ਵੱਧ ਆਦਮੀਆਂ ਦੇ ਵਿਚਕਾਰ ਹੁੰਦੀ ਹੈ, ਪਰ ਪਰਮੇਸ਼ਰ ਤਾਂ ਇੱਕ ਹੀ ਹੈ। ਤਾਂ ਫਿਰ ਵਿਵਸਥਾ ਪਰਮੇਸ਼ਰ ਦੀ ਪ੍ਰਤਿਗਿਆ ਦੇ ਵਿਰੁੱਧ ਹੈ? ਨਹੀਂ, ਕਦੇ ਵੀ ਨਹੀਂ। ਜੇਕਰ ਵਿਵਸਥਾ ਇਸ ਤਰ੍ਹਾਂ ਦਿੱਤੀ ਗਈ ਹੁੰਦੀ ਕਿ ਇਹ ਮਨੁੱਖ ਨੂੰ ਜੀਵਨ ਦੇ ਸਕਦੀ ਹੈ, ਤਾਂ ਫਿਰ ਇਸ ਦੇ ਰਾਹੀਂ ਮਨੁੱਖ ਦਾ ਸੰਬੰਧ ਪਰਮੇਸ਼ਰ ਦੇ ਨਾਲ ਠੀਕ ਹੋ ਸਕਦਾ ਸੀ। ਪਰ ਧਰਮ ਗ੍ਰੰਥ ਦਾ ਵਾਕ ਹੈ ਕਿ ਸਭ ਪਾਪ ਦੀ ਕੈਦ ਵਿੱਚ ਜਾ ਚੁੱਕੇ ਹਨ, ਤਾਂ ਜੋ ਉਹ ਪ੍ਰਤਿਗਿਆ ਜੋ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਆਧਾਰ ਤੇ ਦਿੱਤੀ ਗਈ, ਉਸ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮਿਲੇ। ਵਿਸ਼ਵਾਸ ਦੇ ਆਉਣ ਤੱਕ ਅਸੀਂ ਵਿਵਸਥਾ ਦੀ ਕੈਦ ਵਿੱਚ ਸਾਂ। ਇਹ ਉਸ ਸਮੇਂ ਤੱਕ ਲਈ ਸੀ ਜਦੋਂ ਤੱਕ ਕਿ ਆਉਣ ਵਾਲਾ ਵਿਸ਼ਵਾਸੀ ਪ੍ਰਗਟ ਨਾ ਹੋਵੇ। ਇਸ ਲਈ ਮਸੀਹ ਦੇ ਆਉਣ ਤੱਕ ਵਿਵਸਥਾ ਸਾਡੀ ਸਰਪ੍ਰਸਤ ਸੀ ਕਿ ਸਾਡੇ ਵਿਸ਼ਵਾਸ ਦੇ ਦੁਆਰਾ ਸਾਡਾ ਪਰਮੇਸ਼ਰ ਨਾਲ ਠੀਕ ਸੰਬੰਧ ਜੁੜ ਜਾਵੇ। ਪਰ ਹੁਣ ਜਦੋਂ ਉਹ ਵਿਸ਼ਵਾਸ ਆ ਗਿਆ ਤਾਂ ਅਸੀਂ ਸਰਪ੍ਰਸਤ ਦੇ ਥੱਲੇ ਨਹੀਂ ਰਹੇ ਹਾਂ। ਹੁਣ ਤੁਸੀਂ ਸਭ ਵਿਸ਼ਵਾਸ ਦੇ ਰਾਹੀਂ ਮਸੀਹ ਯਿਸੂ ਦੇ ਵਿੱਚ ਹੋ ਕੇ ਪਰਮੇਸ਼ਰ ਦੀ ਸੰਤਾਨ ਹੋ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਦੀ ਸੰਗਤ ਵਿੱਚ ਬਪਤਿਸਮਾ ਲਿਆ ਹੈ, ਉਹਨਾਂ ਸਭ ਨੇ ਮਸੀਹ ਨੂੰ ਆਪਣੇ ਜੀਵਨ ਵਿੱਚ ਧਾਰ ਲਿਆ ਹੈ। ਇਸ ਲਈ ਹੁਣ ਤੁਹਾਡੇ ਵਿੱਚ ਕੋਈ ਭਿੰਨਤਾ ਨਹੀਂ ਰਹੀ, ਨਾ ਯਹੂਦੀ ਅਤੇ ਹੋਰਨਾਂ ਕੌਮਾਂ ਵਿੱਚ, ਨਾ ਗੁਲਾਮ ਅਤੇ ਆਜ਼ਾਦ ਵਿੱਚ, ਨਾ ਆਦਮੀ ਅਤੇ ਔਰਤ ਵਿੱਚ। ਤੁਸੀਂ ਸਭ ਮਸੀਹ ਯਿਸੂ ਦੀ ਸੰਗਤ ਵਿੱਚ ਇੱਕ ਹੋ। ਇਸ ਤਰ੍ਹਾਂ ਜੇਕਰ ਤੁਸੀਂ ਮਸੀਹ ਦੇ ਹੋ ਤਾਂ ਫਿਰ ਤੁਸੀਂ ਅਬਰਾਹਾਮ ਦੀ ਸੰਤਾਨ ਹੋ ਅਤੇ ਇਸ ਨਾਤੇ ਤੁਸੀਂ ਪਰਮੇਸ਼ਰ ਦੀ ਪ੍ਰਤਿਗਿਆ ਵਿੱਚ ਕੀਤੀ ਅਸੀਸ ਦੇ ਵਾਰਿਸ ਵੀ ਹੋ। ਗਲਾਤੀਆਂ ਦੀ ਪੱਤਰੀ ਅਧਿਆਇ 4। ਮੇਰੇ ਕਹਿਣ ਦਾ ਅਰਥ ਇਹ ਹੈ, ਇੱਕ ਵਾਰਿਸ ਬੇਸ਼ੱਕ ਸਭ ਜਾਇਦਾਦ ਦਾ ਮਾਲਕ ਹੁੰਦਾ ਹੈ, ਪਰ ਜਦੋਂ ਤੱਕ ਉਹ ਬਾਲਗ ਨਹੀਂ ਹੁੰਦਾ, ਉਸ ਵਿੱਚ ਅਤੇ ਦਾਸ ਵਿੱਚ ਕੋਈ ਫਰਕ ਨਹੀਂ ਹੁੰਦਾ। ਉਹ ਪਿਤਾ ਦੁਆਰਾ ਠਹਿਰਾਏ ਸਮੇਂ ਤੱਕ ਸਰਪ੍ਰਸਤਾਂ ਅਤੇ ਸੇਵਾਦਾਰਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ। ਇਹੋ ਹਾਲ ਸਾਡਾ ਸੀ। ਜਦੋਂ ਤੱਕ ਅਸੀਂ ਆਤਮਿਕ ਤੌਰ ਤੇ ਬੱਚੇ ਸਾਂ, ਤਾਂ ਅਸੀਂ ਸੰਸਾਰ ਦੀਆਂ ਆਰੰਭਕ ਸਿੱਖਿਆਵਾਂ ਦੇ ਦਾਸ ਸਾਂ। ਪਰ ਜਦੋਂ ਠੀਕ ਠਹਿਰਾਇਆ ਹੋਇਆ ਸਮਾਂ ਆਇਆ, ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਘੱਲਿਆ, ਜੋ ਇੱਕ ਔਰਤ ਤੋਂ ਜਨਮਿਆ ਅਤੇ ਵਿਵਸਥਾ ਦੇ ਅਧੀਨ ਰਿਹਾ। ਇਹ ਇਸ ਲਈ ਕਿ ਉਹ ਉਹਨਾਂ ਨੂੰ ਜੋ ਵਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਮੁਕਤ ਕਰੇ, ਤਾਂ ਜੋ ਅਸੀਂ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਪ੍ਰਾਪਤ ਕਰੀਏ। ਇਹ ਪ੍ਰਗਟ ਕਰਨ ਦੇ ਲਈ ਕਿ ਤੁਸੀਂ ਸੰਤਾਨ ਹੋ, ਪਰਮੇਸ਼ਰ ਨੇ ਆਪਣੇ ਪੁੱਤਰ ਦਾ ਆਤਮਾ ਸਾਡੇ ਮਨਾਂ ਵਿੱਚ ਘੱਲਿਆ, ਜੋ ਪੁਕਾਰਦਾ ਹੈ, ਅੱਬਾ, ਅਰਥਾਤ ਹੇ ਪਿਤਾ। ਇਸ ਲਈ ਤੁਸੀਂ ਹੁਣ ਦਾਸ ਨਹੀਂ ਹੋ, ਸਗੋਂ ਪੁੱਤਰ ਹੋ, ਅਤੇ ਜੇਕਰ ਤੁਸੀਂ ਪੁੱਤਰ ਹੋ ਤਾਂ ਪਰਮੇਸ਼ਰ ਦੀ ਆਪਣੀ ਇੱਛਾ ਦੁਆਰਾ ਤੁਸੀਂ ਵਾਰਿਸ ਵੀ ਹੋ। ਤੁਸੀਂ ਪਹਿਲਾਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੋ, ਇਸ ਲਈ ਤੁਸੀਂ ਉਹਨਾਂ ਦੇ ਦਾਸ ਹੋ ਜੋ ਪਰਮੇਸ਼ਰ ਨਹੀਂ ਸਨ। ਪਰ ਹੁਣ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ ਹੈ, ਜਾਂ ਇਸ ਤਰ੍ਹਾਂ ਕਹੋ ਕਿ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਹੈ। ਪਰ ਫਿਰ ਵੀ ਤੁਸੀਂ ਉਹਨਾਂ ਕਮਜ਼ੋਰ, ਨਿਕੰਮੀਆਂ ਅਤੇ ਆਰੰਭਕ ਸਿੱਖਿਆਵਾਂ ਦੇ ਦਾਸ ਕਿਉਂ ਬਣਨਾ ਚਾਹੁੰਦੇ ਹੋ? ਤੁਸੀਂ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਨਾਉਂਦੇ ਹੋ।
ਮੈਨੂੰ ਡਰ ਹੈ ਕਿ ਕਿਤੇ ਤੁਸਾਂ ਲੋਕਾਂ ਦੇ ਵਿਚਕਾਰ ਮੇਰੀ ਕੀਤੀ ਮਿਹਨਤ ਵਿਅਰਥ ਨਾ ਚਲੀ ਜਾਵੇ। ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਮੈਂ ਤੁਹਾਡੀ ਤਰ੍ਹਾਂ ਬਣਿਆ ਹਾਂ, ਤੁਸੀਂ ਵੀ ਮੇਰੀ ਤਰ੍ਹਾਂ ਬਣੋ। ਤੁਸੀਂ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਮੇਰਾ ਤੁਹਾਡੇ ਵਿੱਚ ਸ਼ੁਭ ਸਮਾਚਾਰ ਸੁਣਾਉਣ ਦਾ ਕਾਰਨ ਮੇਰੀ ਸਰੀਰਕ ਬਿਮਾਰੀ ਸੀ। ਉਸ ਸਮੇਂ ਬੇਸ਼ੱਕ ਮੇਰੀ ਸਰੀਰਕ ਹਾਲਤ ਤੁਹਾਡੇ ਲਈ ਪ੍ਰੀਖਿਆ ਦਾ ਕਾਰਨ ਬਣ ਗਈ ਸੀ, ਪਰ ਤੁਸੀਂ ਤਾਂ ਵੀ ਮੈਨੂੰ ਨਾ ਤਾਂ ਨਫ਼ਰਤ ਕੀਤੀ ਅਤੇ ਨਾ ਹੀ ਮੇਰੇ ਵੱਲੋਂ ਮੂੰਹ ਮੋੜਿਆ। ਸਗੋਂ ਤੁਸੀਂ ਮੇਰਾ ਇਸ ਤਰ੍ਹਾਂ ਸਵਾਗਤ ਕੀਤਾ ਜਿਸ ਤਰ੍ਹਾਂ ਕਿ ਮੈਂ ਪਰਮੇਸ਼ਰ ਦਾ ਸਵਰਗਦੂਤ ਹਾਂ ਜਾਂ ਆਪ ਮਸੀਹ ਯਿਸੂ ਹਾਂ। ਪਰ ਹੁਣ ਉਹ ਦੂਜਿਆਂ ਵੱਲ ਸ਼ੁਭ ਸਾਮਾ ਰੱਖਣ ਵਾਲਾ ਤੁਹਾਡੇ ਮਨ ਕਿੱਥੇ ਗਿਆ? ਮੈਂ ਤੁਹਾਡਾ ਗਵਾਹ ਹਾਂ। ਉਸ ਸਮੇਂ ਜੇਕਰ ਹੋ ਸਕਦਾ ਤਾਂ ਤੁਸੀਂ ਮੇਰੇ ਲਈ ਆਪਣੀਆਂ ਅੱਖਾਂ ਤੱਕ ਕੱਢ ਕੇ ਦੇ ਦਿੰਦੇ। ਕੀ ਸੱਚ ਬੋਲਣ ਦੇ ਕਾਰਨ ਹੁਣ ਮੈਂ ਤੁਹਾਡਾ ਵੈਰੀ ਬਣ ਗਿਆ ਹਾਂ? ਕੁਝ ਦੂਜੇ ਲੋਕ ਤੁਹਾਡੀ ਬਹੁਤ ਚਿੰਤਾ ਕਰ ਰਹੇ ਹਨ, ਪਰ ਉਹਨਾਂ ਦੇ ਮਨ ਸਾਫ਼ ਨਹੀਂ ਹਨ। ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨ ਦੇ ਚਾਹਵਾਨ ਹਨ ਕਿ ਤੁਸੀਂ ਉਹਨਾਂ ਦੀ ਚਿੰਤਾ ਕਰੋ। ਕਿ ਇਹ ਚੰਗੀ ਗੱਲ ਹੈ ਕਿ ਕੋਈ ਤੁਹਾਡੀ ਚਿੰਤਾ ਕਰੇ, ਪਰ ਸਾਫ਼ ਮਨ ਨਾਲ ਅਤੇ ਸਦਾ ਲਈ, ਨਾ ਕਿ ਕੇਵਲ ਉਸ ਸਮੇਂ ਤੱਕ ਜਦੋਂ ਤੱਕ ਕਿ ਮੈਂ ਤੁਹਾਡੇ ਵਿੱਚ ਰਹਿੰਦਾ ਹਾਂ। ਮੇਰੇ ਬੱਚਿਓ, ਜਦੋਂ ਤੱਕ ਕਿ ਤੁਸੀਂ ਮਸੀਹ ਵਰਗੇ ਨਾ ਬਣ ਜਾਵੋ, ਮੈਂ ਤੁਹਾਡੇ ਲਈ ਇੱਕ ਵਾਰੀ ਫਿਰ ਪ੍ਰਸੂਤਕ ਸਮੇਂ ਦੀਆਂ ਪੀੜਾਂ ਸਹਿ ਰਿਹਾ ਹਾਂ। ਜੀ ਚਾਹੁੰਦਾ ਹੈ ਕਿ ਮੈਂ ਇਸੇ ਘੜੀ ਤੁਹਾਡੇ ਕੋਲ ਪਹੁੰਚ ਜਾਵਾਂ ਅਤੇ ਆਪਣਾ ਵਤੀਰਾ ਤੁਹਾਡੇ ਵੱਲ ਬਦਲਾਂ, ਕਿਉਂਕਿ ਮੈਨੂੰ ਤੁਹਾਡੇ ਲਈ ਬਹੁਤ ਚਿੰਤਾ ਹੈ। ਹਾਜਰਾ ਅਤੇ ਸਾਰਾ ਦੀ ਉਦਾਹਰਨ ਮੈਂ ਜਰਾ ਉਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਜੋ ਵਿਵਸਥਾ ਦੇ ਅਧੀਨ ਰਹਿਣ ਦੇ ਚਾਹਵਾਨ ਹਨ। ਕੀ ਤੁਸੀਂ ਸੁਣਿਆ ਨਹੀਂ ਹੈ ਕਿ ਵਿਵਸਥਾ ਕੀ ਕਹਿੰਦੀ ਹੈ? ਉਹ ਦੱਸਦੀ ਹੈ ਕਿ ਅਬਰਾਮ ਦੇ 2 ਪੁੱਤਰ ਸਨ, ਇੱਕ ਉਸ ਦੀ ਦਾਸੀ ਤੋਂ ਅਤੇ ਦੂਜਾ ਉਸ ਦੀ ਅਸਲੀ ਆਜ਼ਾਦ ਪਤਨੀ ਤੋਂ। ਇਸ ਵਿੱਚ ਦਾਸੀ ਦੇ ਪੁੱਤਰ ਦਾ ਜਨਮ ਸਧਾਰਨ ਰੀਤ ਅਨੁਸਾਰ ਹੋਇਆ, ਪਰ ਆਜ਼ਾਦ ਦੇ ਪੁੱਤਰ ਦਾ ਜਨਮ ਪਰਮੇਸ਼ਰ ਦੀ ਪ੍ਰਤਿੱਗਿਆ ਦੇ ਅਨੁਸਾਰ ਹੋਇਆ। ਇਹ ਸਭ ਜੋ ਹੋਇਆ ਇਹ ਉਦਾਹਰਨਾਂ ਹਨ। ਦੋਵੇਂ ਔਰਤਾਂ ਅਸਲ ਵਿੱਚ 2 ਨੇਮਾਂ ਦੀਆਂ ਰੂਪਕ ਹਨ। ਇੱਕ ਉਹ ਜਿਸ ਦਾ ਸੰਬੰਧ ਸੀਨੇ ਦੇ ਪਹਾੜ ਨਾਲ ਅਰਥਾਤ ਹਾਜਰਾ, ਉਸ ਦੇ ਬੱਚਿਆਂ ਦਾ ਜਨਮ ਗੁਲਾਮੀ ਦੀ ਹਾਲਤ ਵਿੱਚ ਗੁਲਾਮੀ ਦੇ ਲਈ ਹੋਇਆ। ਹਾਜਰਾ ਅਰਬ ਦਾ ਸੀਨਾ ਪਹਾੜ ਹੈ ਅਤੇ ਇਹ ਹੁਣ ਦੇ ਯਰੂਸ਼ਲਮ ਦਾ ਰੂਪਕ ਵੀ ਹੈ, ਕਿਉਂਕਿ ਉਹ ਆਪਣੀ ਸੰਤਾਨ ਸਣੇ ਗੁਲਾਮੀ ਵਿੱਚ ਹੈ। ਪਰ ਉੱਪਰ ਸਵਰਗ ਵਿਚਲਾ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ। ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਹੇ ਬਾਂਝ, ਬੇਸ਼ੱਕ ਤੂੰ ਕਦੀ ਜਨਮ ਨਾ ਦਿੱਤਾ, ਪਰ ਫਿਰ ਵੀ ਤੂੰ ਆਨੰਦ ਮਨਾ। ਤੂੰ ਪ੍ਰਸੂਤਕ ਪੀੜਾਂ ਤੋਂ ਅਣਜਾਣ ਹੈ। ਉੱਚੀ ਦਿੱਤੀ ਪੁਕਾਰ ਕੇ ਆਨੰਦ ਮਨਾ, ਕਿਉਂਕਿ ਭਾਗਵਾਨ ਪਤੀ ਨਾਲੋਂ ਅਭਾਗਣ ਦੀ ਸੰਤਾਨ ਅਧਿਕ ਹੈ। ਪਰ ਭਰਾਵੋ, ਤੁਸੀਂ ਇਸਹਾਕ ਦੀ ਤਰ੍ਹਾਂ ਪਰਮੇਸ਼ਰ ਦੀ ਪ੍ਰਤਿੱਗਿਆ ਦੀ ਸੰਤਾਨ ਹੋ। ਪਰ ਜਿਸ ਤਰ੍ਹਾਂ ਉਸ ਦਿਨ ਸਧਾਰਨ ਰੀਤੀ ਦੁਆਰਾ ਜਨਮਿਆ ਆਤਮਿਕ ਜਨਮ ਵਾਲੇ ਤੇ ਅਤਿਆਚਾਰ ਕਰਦਾ ਸੀ, ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਪਰ ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂਕਿ ਦਾਸੀ ਦਾ ਪੁੱਤਰ ਅਸਲੀ ਆਜ਼ਾਦ ਪਤਨੀ ਦੇ ਪੁੱਤਰ ਨਾਲ ਜਾਇਦਾਦ ਦਾ ਵਾਰਸ ਨਹੀਂ ਠਹਿਰੇਗਾ। ਇਸ ਲਈ ਹੇ ਮੇਰੇ ਭਰਾਵੋ, ਅਸੀਂ ਦਾਸੀ ਦੇ ਨਹੀਂ ਆਜ਼ਾਦ ਦੀ ਸੰਤਾਨ ਹਾਂ। ਗਲਾਤੀਆਂ ਦੀ ਪੱਤਰੀ ਅਧਿਆਇ 5। ਮਸੀਹੀ ਆਜ਼ਾਦੀ। ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਅਸੀਂ ਆਜ਼ਾਦ ਹਾਂ। ਇਸ ਲਈ ਸਥਿਰ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂੜੇ ਹੇਠ ਨਾ ਝੁਕੋ। ਧਿਆਨ ਨਾਲ ਸੁਣੋ, ਮੈਂ ਪੌਲੁਸ ਤੁਹਾਨੂੰ ਦੱਸਦਾ ਹਾਂ, ਜੇਕਰ ਤੁਸੀਂ ਸੁੰਨਤ ਕਰਵਾਓਗੇ
ਤਾਂ ਤੁਹਾਨੂੰ ਮਸੀਹ ਤੋਂ ਕੋਈ ਲਾਭ ਨਹੀਂ ਹੋਵੇਗਾ। ਇੱਕ ਵਾਰੀ ਫਿਰ ਮੈਂ ਹਰ ਇੱਕ ਸੁੰਨਤ ਕਰਾਉਣ ਵਾਲੇ ਨੂੰ ਚੇਤਾਵਨੀ ਦਿੰਦਾ ਹਾਂ, ਉਸ ਲਈ ਵਿਵਸਥਾ ਵਿੱਚ ਲਿਖੀ ਹਰ ਇੱਕ ਗੱਲ ਨੂੰ ਪੂਰਾ ਕਰਨਾ ਜ਼ਰੂਰੀ ਹੈ। ਤੁਸੀਂ ਜੋ ਵਿਵਸਥਾ ਦੁਆਰਾ ਪਰਮੇਸ਼ਰ ਨਾਲ ਆਪਣੇ ਸੰਬੰਧ ਉਚਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਸੀਹ ਤੋਂ ਦੂਰ ਹੋ ਚੁੱਕੇ ਹੋ। ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਖੇਤਰ ਵਿੱਚੋਂ ਵੀ ਬਾਹਰ ਜਾ ਚੁੱਕੇ ਹੋ। ਜਿੱਥੋਂ ਤੱਕ ਸਾਡਾ ਸਵਾਲ ਹੈ, ਇਹ ਪਵਿੱਤਰ ਆਤਮਾ ਹੈ ਜੋ ਸਾਨੂੰ ਆਸ਼ਾ ਬਣਾਉਂਦਾ ਹੈ ਕਿ ਅਸੀਂ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਨਾਲ ਆਪਣਾ ਉਚਿਤ ਸੰਬੰਧ ਹੋਣ ਦੀ ਆਸ ਰੱਖੀਏ। ਕਿਉਂਕਿ ਜਦੋਂ ਅਸੀਂ ਮਸੀਹ ਦੀ ਸੰਗਤ ਵਿੱਚ ਹੁੰਦੇ ਹਾਂ ਤਾਂ ਸੁੰਨਤ ਜਾਂ ਅਸੁੰਨਤ ਦੀ ਮਹੱਤਤਾ ਨਹੀਂ ਰਹਿ ਜਾਂਦੀ ਹੈ, ਕੇਵਲ ਵਿਸ਼ਵਾਸ ਦੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ। ਤੁਸੀਂ ਤਾਂ ਠੀਕ ਜਾ ਰਹੇ ਸੋ, ਤੁਹਾਨੂੰ ਕਿਸ ਨੇ ਸੱਤ ਦੇ ਪਿੱਛੋਂ ਜਾਣ ਤੋਂ ਰੋਕ ਦਿੱਤਾ ਹੈ? ਕੁਝ ਵੀ ਹੋਵੇ, ਇਹ ਰੁਕਾਵਟ ਤੁਹਾਡੇ ਸੱਦਣ ਵਾਲੇ ਪਰਮੇਸ਼ਰ ਵੱਲੋਂ ਨਹੀਂ ਹੈ। ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਾ ਕਰ ਦਿੰਦਾ ਹੈ। ਮੈਨੂੰ ਪ੍ਰਭੂ ਦੇ ਵਿੱਚ ਤੁਹਾਡੇ ਨਾਲ ਇੱਕ ਹੁੰਦਿਆਂ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਕਿਸੇ ਹੋਰ ਸਿਧਾਂਤ ਨੂੰ ਨਹੀਂ ਮੰਨੋਗੇ, ਪਰ ਜੋ ਕੋਈ ਤੁਹਾਨੂੰ ਗਲਤ ਰਾਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਕੋਈ ਵੀ ਕਿਉਂ ਨਾ ਹੋਵੇ, ਉਸ ਨੂੰ ਪਰਮੇਸ਼ਰ ਸਜ਼ਾ ਦੇਵੇਗਾ। ਜਿੱਥੋਂ ਤੱਕ ਮੇਰਾ ਪ੍ਰਸ਼ਨ ਹੈ ਭਰਾਵੋ, ਜੇਕਰ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਫਿਰ ਮੈਨੂੰ ਸਤਾਇਆ ਕਿਉਂ ਜਾ ਰਿਹਾ ਹੈ? ਨਾਲੇ ਜੇਕਰ ਇਹ ਸੱਚ ਹੈ ਤਾਂ ਫਿਰ ਮੇਰਾ ਸਲੀਬ ਦਾ ਪ੍ਰਚਾਰ ਕਿਸੇ ਲਈ ਠੋਕਰ ਦਾ ਕਾਰਨ ਬਣਨਾ ਨਹੀਂ ਚਾਹੀਦਾ ਹੈ। ਇਹ ਚੰਗਾ ਹੁੰਦਾ ਕਿ ਜੋ ਲੋਕ ਤੁਹਾਨੂੰ ਗਲਤ ਰਾਹੇ ਪਾ ਰਹੇ ਹਨ, ਉਹ ਆਪ ਆਪਣੇ ਸਰੀਰ ਦਾ ਅੰਗ ਕੱਟ ਲੈਂਦੇ। ਭਰਾਵੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ, ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇੱਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਓ। ਸਗੋਂ ਪਿਆਰ ਭਾਵਨਾ ਨਾਲ ਇੱਕ ਦੂਜੇ ਦੀ ਸੇਵਾ ਕਰੋ, ਕਿਉਂਕਿ ਸਾਰੀ ਵਿਵਸਥਾ ਇਸ ਇੱਕ ਹੀ ਆਗਿਆ ਵਿੱਚ ਪੂਰੀ ਹੋ ਜਾਂਦੀ ਹੈ, ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਪਰ ਜੇਕਰ ਤੁਸੀਂ ਇੱਕ ਦੂਜੇ ਨਾਲ ਲੜਦੇ ਝਗੜਦੇ ਹੀ ਰਹਿਣਾ ਹੈ ਤਾਂ ਸਾਵਧਾਨ, ਇਸ ਤਰ੍ਹਾਂ ਕਿ ਤੁਸੀਂ ਕਿਤੇ ਇੱਕ ਦੂਜੇ ਨੂੰ ਨਾਸ਼ ਹੀ ਨਾ ਕਰ ਦੇਣਾ। ਮੇਰੇ ਕਹਿਣ ਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਸਰੀਰ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਕਰ ਸਕੋਗੇ, ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ। ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ਹੋ। ਜੇਕਰ ਤੁਸੀਂ ਆਤਮਾ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ। ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ: ਵਿਵਚਾਰ, ਅਸ਼ੁੱਧਤਾ, ਗੰਵਾਰੂਪਣ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸਾ, ਸਵਾਰਥ, ਮਤਭੇਦ, ਪਾਰਟੀਬਾਜ਼ੀ, ਸਾੜਾ, ਨਸ਼ੇਬਾਜ਼ੀ, ਰੰਗ ਰਲੀਆਂ ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ। ਪਰ ਤੁਹਾਨੂੰ ਇੱਕ ਵਾਰੀ ਫਿਰ ਚੇਤਾਵਨੀ ਦਿੰਦਾ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੇ ਚੁੱਕਾ ਹਾਂ, ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਪਰ ਪਵਿੱਤਰ ਆਤਮਾ ਦਾ ਫਲ ਹੈ ਪਿਆਰ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਮਰਤਾ, ਸਵੈ ਕਾਬੂ। ਇਹੋ ਜਿਹੇ ਕੰਮਾਂ ਦੇ ਵਿਰੁੱਧ ਕੋਈ ਵਿਵਸਥਾ ਨਹੀਂ ਹੈ। ਜੋ ਮਸੀਹ ਯਿਸੂ ਦੇ ਹਨ, ਉਹਨਾਂ ਨੇ ਆਪਣੇ ਸਰੀਰ ਨੂੰ ਇਸ ਦੀਆਂ ਵਾਸ਼ਨਾਵਾਂ ਅਤੇ ਇਛਾਵਾਂ ਸਮੇਤ ਸਲੀਬ ਤੇ ਚੜਾ ਦਿੱਤਾ ਹੈ। ਜੇਕਰ ਪਵਿੱਤਰ ਆਤਮਾ ਨੇ ਸਾਨੂੰ ਨਵਾਂ ਜਨਮ ਦਿੱਤਾ ਹੈ ਤਾਂ ਸਾਨੂੰ ਉਸੇ ਦੀ ਅਗਵਾਈ ਹੇਠ ਚੱਲਣਾ ਚਾਹੀਦਾ ਹੈ। ਸਾਨੂੰ ਝੂਠਾ ਹੰਕਾਰ ਨਹੀਂ ਕਰਨਾ ਚਾਹੀਦਾ ਹੈ।
ਦੂਜਿਆਂ ਨੂੰ ਗੁੱਸਾ ਨਹੀਂ ਦਿਖਾਉਣਾ ਚਾਹੀਦਾ ਅਤੇ ਨਾ ਹੀ ਦੂਜਿਆਂ ਨਾਲ ਈਰਖਾ ਕਰਨੀ ਚਾਹੀਦੀ ਹੈ। ਗਲਾਤੀਆਂ ਦੀ ਪੱਤਰੀ ਅਧਿਆਇ 6। ਇੱਕ ਦੂਜੇ ਦਾ ਭਾਰ ਉਠਾਓ। ਭਰਾਵੋ, ਜੇਕਰ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜੋ ਆਤਮਕ ਹੋ ਉਸ ਨੂੰ ਪਿਆਰ ਭਾਵਨਾ ਨਾਲ ਸੁਧਾਰੋ, ਪਰ ਆਪਣਾ ਵੀ ਧਿਆਨ ਰੱਖੋ ਕਿ ਕਿਤੇ ਤੁਸੀਂ ਪ੍ਰੀਖਿਆ ਵਿੱਚ ਨਾ ਪੈ ਜਾਵੋ। ਇੱਕ ਦੂਜੇ ਦਾ ਭਾਰ ਉਠਾਓ। ਇਸ ਤਰ੍ਹਾਂ ਤੁਸੀਂ ਮਸੀਹ ਦੀ ਵਿਵਸਥਾ ਨੂੰ ਚੰਗੀ ਤਰ੍ਹਾਂ ਨਾਲ ਪੂਰਾ ਕਰੋਗੇ। ਫਿਰ ਜੇਕਰ ਕੋਈ ਆਪਣੇ ਆਪ ਨੂੰ ਕੁਝ ਸਮਝਦਾ ਹੈ ਪਰ ਉਹ ਅਸਲ ਵਿੱਚ ਨਹੀਂ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਹਰ ਮਨੁੱਖ ਆਪਣੇ ਕੰਮ ਦੀ ਆਪਣੇ ਲਈ ਆਪ ਹੀ ਜਾਂਚ ਕਰੇ। ਇਸ ਤਰ੍ਹਾਂ ਉਸ ਨੂੰ ਕੇਵਲ ਆਪਣੇ ਨਾਲ ਹੀ ਟਾਕਰਾ ਕਰਕੇ ਮਾਣ ਕਰਨ ਦਾ ਮੌਕਾ ਮਿਲੇਗਾ, ਨਾ ਕਿ ਕਿਸੇ ਦੂਜੇ ਨਾਲ, ਕਿਉਂਕਿ ਹਰ ਇੱਕ ਨੂੰ ਆਪਣਾ ਭਾਰ ਆਪ ਹੀ ਚੁੱਕ ਕੇ ਚੱਲਣਾ ਹੈ। ਜੋ ਆਦਮੀ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਉਹ ਆਪਣੇ ਸਿੱਖਿਅਕ ਨੂੰ ਹਰ ਆਪਣੀ ਚੰਗੀ ਚੀਜ਼ ਦਾ ਹਿੱਸੇਦਾਰ ਬਣਾਵੇ। ਆਪਣੇ ਆਪ ਨੂੰ ਧੋਖਾ ਨਾ ਦੇਵੋ। ਪਰਮੇਸ਼ਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ ਹੈ। ਮਨੁੱਖ ਜੋ ਬੀਜਦਾ ਹੈ ਉਹੀ ਵੱਢੇਗਾ। ਜੇਕਰ ਉਹ ਸਰੀਰਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਸ ਵਿੱਚੋਂ ਨਾਸ਼ਵਾਨ ਫਸਲ ਵੱਢੇਗਾ, ਪਰ ਜੇਕਰ ਉਹ ਆਤਮਿਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਸ ਵਿੱਚੋਂ ਅਨੰਤ ਜੀਵਨ ਦੀ ਫਸਲ ਵੱਢਦਾ ਹੈ। ਬਸ ਸਾਨੂੰ ਧੀਰਜ ਨਾਲ ਭਲੇ ਕੰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਧੀਰਜ ਨਾ ਛੱਡਾਂਗੇ ਤਾਂ ਠੀਕ ਸਮਾਂ ਆਉਣ ਤੇ ਫਸਲ ਵੱਢਾਂਗੇ। ਇਸ ਲਈ ਜਿੱਥੇ ਵੀ ਸਾਨੂੰ ਮੌਕਾ ਮਿਲੇ ਸਾਨੂੰ ਹਰ ਕਿਸੇ ਨਾਲ ਭਲਾਈ ਕਰਨੀ ਚਾਹੀਦੀ ਹੈ, ਖਾਸ ਕਰਕੇ ਉਹਨਾਂ ਨਾਲ ਜਿਨ੍ਹਾਂ ਦਾ ਸੰਬੰਧ ਵਿਸ਼ਵਾਸ ਸੰਗਤ ਨਾਲ ਹੈ। ਦੇਖੋ, ਇਹ ਵੱਡੇ ਵੱਡੇ ਅੱਖਰਾਂ ਵਿੱਚ ਮੈਂ ਆਪ ਆਪਣੇ ਹੱਥ ਨਾਲ ਤੁਹਾਨੂੰ ਲਿਖ ਰਿਹਾ। ਜੋ ਲੋਕ ਆਪ ਬਾਹਰੀ ਤੌਰ ਤੇ ਪ੍ਰਸਿੱਧ ਹੋਣਾ ਚਾਹੁੰਦੇ ਹਨ, ਉਹ ਤੁਹਾਨੂੰ ਸੁੰਨਤ ਕਰਾਉਣ ਦੇ ਲਈ ਮਜਬੂਰ ਕਰ ਰਹੇ ਹਨ। ਉਹਨਾਂ ਦਾ ਕੇਵਲ ਇੱਕ ਹੀ ਉਦੇਸ਼ ਹੈ ਕਿ ਉਹਨਾਂ ਨੂੰ ਮਸੀਹ ਦੀ ਸਲੀਬ ਦੇ ਕਾਰਨ ਦੁੱਖ ਨਾ ਸਹਿਣੇ ਪੈਣ। ਇੱਥੋਂ ਤੱਕ ਕਿ ਉਹ ਜੋ ਆਪ ਸੁੰਨਤ ਕਰਾਉਣ ਦੇ ਹੱਕ ਵਿੱਚ ਹਨ, ਉਹ ਆਪ ਵੀ ਵਿਵਸਥਾ ਨੂੰ ਪੂਰਾ ਨਹੀਂ ਕਰਦੇ ਹਨ, ਪਰ ਉਹ ਚਾਹੁੰਦੇ ਹਨ ਕਿ ਤੁਸੀਂ ਸੁੰਨਤ ਕਰਵਾਓ ਤਾਂ ਜੋ ਤੁਹਾਡੇ ਕਾਰਨ ਮਾਣ ਪ੍ਰਾਪਤ ਕਰ ਸਕਣ। ਪਰ ਪਰਮੇਸ਼ਰ ਨਾ ਕਰੇ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਛੱਡ ਕੇ ਕਿਸੇ ਹੋਰ ਚੀਜ਼ ਤੇ ਮਾਣ ਕਰਾਂ, ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਦੇ ਲਈ ਸਲੀਬ ਤੇ ਚੜ ਚੁੱਕਾ ਹਾਂ। ਅਸਲ ਵਿੱਚ ਸੁੰਨਤ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਜੇਕਰ ਫਰਕ ਪੈਂਦਾ ਹੈ ਤਾਂ ਨਵੀਂ ਸ੍ਰਿਸ਼ਟੀ ਦੇ ਨਾਲ ਜੋ ਇਸ ਨਿਯਮ ਤੇ ਚੱਲਦੇ ਹਨ ਉਹਨਾਂ ਨੂੰ ਅਤੇ ਪਰਮੇਸ਼ਰ ਦੇ ਸਭ ਲੋਕਾਂ ਨੂੰ ਸ਼ਾਂਤੀ ਅਤੇ ਕਿਰਪਾ ਦਾ ਦਾਨ ਮਿਲੇ। ਅੱਗੇ ਤੋਂ ਮੈਨੂੰ ਕੋਈ ਦੁੱਖ ਨਾ ਦੇਵੇ, ਕਿਉਂਕਿ ਮੈਂ ਆਪਣੇ ਸਰੀਰ ਤੇ ਯਿਸੂ ਦੇ ਦਾਗ ਲਈ ਫਿਰਦਾ ਹਾਂ। ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ। ਆਮੀਨ।